देखो जिथों तक लड़ाई लड़न का तरीकाकार है वो ये है कि किसी ने कहा है कि अमन जंग की कुख चों उपजदा है, जिहदा जोर है उहदा सत्कार भी है। पंजाब की धरती के उत्ते जदों मतलब सैकड़े सदियां की गुलामी सी तां एक आवाज़ जिहड़ी है वो इस धरती तो उठदी है, गुरु नानक पातशाह दी। ਜਿਹੜੀ ਦਸਮ ਪਾਤਸ਼ਾਹ ਦੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ 'ਚ ਜਾ ਕੇ ਇੱਕ ਰਾਜ ਦਾ ਰੂਪ ਅਖਤਿਆਰ ਕਰ ਲੈਂਦੀ ਹੈ, ਖਾਲਸਾ ਰਾਜ ਦਾ। ਸੋ ਇਹ ਜਿਹੜਾ ਮੋਰਚਾ ਹੈ ਇਹ ਉਹਦਾ ਮਤਲਬ ਬਹੁਤ ਦੇਰ ਬਾਅਦ ਅਗਲਾ ਪੜਾਅ ਵੇਖਣ ਵਾਸਤੇ ਮਿਲ ਰਿਹਾ ਹੈ। ਔਰ ਜਗਤਾਰ ਸਿੰਘ ਹਵਾਰਾ ਦੀ ਸ਼ਖਸੀਅਤ ਦਾ ਉੱਭਰਨਾ, ਜੱਬੇ ਦੀ ਧਰਤੀ ਤੇ ਸਰਬੱਤ ਖਾਲਸੇ ਦਾ ਇਕੱਠ ਹੈ। ਗੁਰੂ ਦੀ ਕਿਰਪਾ ਦੇ ਨਾਲ ਅੱਜ ਮੋਰਚਾ ਪਿਛਲੇ 15 ਦਿਨਾਂ ਤੋਂ ਆਟੋ ਮੋਡ ਤੇ ਲੱਗ ਗਿਆ। ਜਿਹੜੇ ਲੋਕ ਇਹਨੂੰ ਖਰਾਬ ਕਰਨਾ ਚਾਹੁੰਦੇ ਆ ਹੈਨਾ, ਉਹ ਪੰਜਾਬ ਦੀ ਦਰਦਨਾਕ ਹਾਲਤ ਜ਼ਰੂਰ ਦੇਖਣ ਤਾਂ ਉਹ ਹੁਣ ਸ਼ਰਮ ਕਰਨ, ਕਿਉਂਕਿ ਪੰਜਾਬ ਦਾ ਬੇਹੱਦ ਨੁਕਸਾਨ ਹੋ ਚੁੱਕਿਆ। ਕਹਿਣ ਦਾ ਭਾਵ ਵੀ ਚੜ੍ਹਦੀ ਕਲਾ ਕਿਵੇਂ ਹੁੰਦੀ ਆ ਵੀ ਚਾਰੇ ਮੁੱਦੇ ਇਕੱਠੇ ਹੋਣ ਤੇ ਚਾਰੇ ਥਾਵਾਂ ਤੇ ਲੱਗੇ ਹੋਏ ਮੋਰਚੇ ਇਕੱਠੇ ਹੋ ਜਾਣ। ਚੜ੍ਹਦੀ ਕਲਾ ਐ ਹੋਊਗੀ ਕਿ ਚੜ੍ਹਦੀ ਕਲਾ ਐ ਹੋਊਗੀ ਵੀ ਚਾਰ ਥਾਵਾਂ ਤੇ ਹੋਣ ਤੇ ਚਾਰਾਂ ਥਾਵਾਂ ਤੇ 10-10 ਬੰਦੇ ਬੈਠੇ ਹੋਣ, ਉਵੇਂ ਹੋਊਗੀ। ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਰਵੀ ਸੰਗਰਾਹੁਰ। ਲੜਾਈ ਕੋਈ ਵੀ ਹੋਵੇ, ਜੰਗੇ ਮੈਦਾਨ ਦੀ ਲੜਾਈ ਹੋਵੇ ਜਾਂ ਫਿਰ ਪ੍ਰੋਟੈਸਟ ਦੀ ਲੜਾਈ ਹੋਵੇ, ਕਿਸੇ ਤਰ੍ਹਾਂ ਦੀ ਵੀ ਕੋਈ ਵੀ ਸਟਰਗਲ ਹੋਵੇ, ਉਹਦੇ ਲਈ ਰਣਨੀਤੀ ਜ਼ਰੂਰੀ ਹੈ। ਰਣਨੀਤੀ ਇਸ ਤਰ੍ਹਾਂ ਦੀ ਕਿ ਜੰਗ ਜਿੱਤੀ ਜਾਵੇ ਤੇ ਜੰਗ ਜਿੱਤਣ ਦੇ ਲਈ ਕੁਝ ਕੁ ਲੋਕਾਂ ਨੂੰ ਆਗੂ ਲਾਇਆ ਜਾਂਦਾ ਹੈ, ਜਾਣੀ ਜਿਨ੍ਹਾਂ ਨੂੰ ਆਪਾਂ ਮੋਢੀ ਕਹਿੰਦੇ ਆ। ਉਹਨਾਂ ਮੋਢੀਆਂ ਦੇ ਮੋਢਿਆਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਇਹ ਲੜਾਈ ਨੂੰ ਕਿਵੇਂ ਜਿੱਤਣਾ ਹੈ। ਹੁਣ ਇਸ ਲੜਾਈ ਦੇ ਚਾਹੇ ਕਿਸੇ ਵੀ ਪਹਿਲੂ ਤੇ ਲੜੀ ਜਾ ਰਹੀ ਹੋਵੇ, ਉਸ ਦੇ ਵੱਖ-ਵੱਖ ਐਂਗਲ ਉਹਨਾਂ ਨੂੰ ਸਮਝਣਾ, ਉਹਨਾਂ ਨੂੰ ਤਰਾਸ਼ਣਾ, ਫਿਰ ਉਹਨਾਂ ਤੇ ਆਪਣਾ ਕਾਬੂ ਪਾਉਣਾ, ਇਹ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਤੇ ਅਸੀਂ ਇਸ ਵੇਲੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਹਾਂ। ਇਸ ਮੋਰਚੇ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ, ਗੱਲ ਪੰਥ ਦੇ ਨਾਲ ਜੁੜੀ ਹੋਈ ਹੈ, ਗੱਲ ਬੰਦੀ ਸਿੰਘਾਂ ਦੇ ਨਾਲ ਜੁੜੀ ਹੋਈ ਹੈ ਤੇ ਗੱਲ ਫਿਰ ਅਣਖ ਦੇ ਨਾਲ ਵੀ ਜੁੜੀ ਹੈ। ਫਿਰ ਇਹ ਜ਼ਿੰਮੇਵਾਰੀ ਤਾਂ ਉਸ ਤੋਂ ਵੀ ਵੱਡੀ ਹੋ ਜਾਂਦੀ ਹੈ। ਤਾਂ ਮੇਰੇ ਨਾਲ ਉਸੇ ਜ਼ਿੰਮੇਵਾਰੀ ਨੂੰ ਸੰਭਾਲ ਰਹੇ ਭਾਈ ਬਲਵਿੰਦਰ ਸਿੰਘ ਨੇ। ਇਸ ਜ਼ਿੰਮੇਵਾਰੀ ਦੇ ਵਿੱਚ ਬਹੁਤ ਸਾਰੇ ਹਾਲੇ ਤਾਂ ਸ਼ੁਰੂਆਤਾਂ ਹੋਈਆਂ, ਬਹੁਤ ਸਾਰੇ ਪੜਾਅ ਆਉਣਗੇ, ਬਹੁਤ ਸਾਰੀਆਂ ਚੀਜ਼ਾਂ ਹੋਣਗੀਆਂ ਜਿਨ੍ਹਾਂ ਨੂੰ ਝੱਲਿਆ ਜਾਣਾ ਜ਼ਰੂਰੀ ਹੈ, ਉਹਨਾਂ ਨੂੰ ਕੰਟਰੋਲ ਕਰਨਾ, ਕਾਬੂ ਪਾਉਣਾ ਬਹੁਤ ਜ਼ਰੂਰੀ ਹੁੰਦਾ। ਤੇ ਉਹਨਾਂ ਦੇ ਵਿੱਚ ਸਭ ਤੋਂ ਪਹਿਲੀ ਪਹਿਲ ਇਸ ਗੱਲ ਤੇ ਹੋਈ ਕਿ ਬੰਦੀ ਸਿੰਘਾਂ ਦੇ ਆਪਸੀ ਵਿਚਾਰ ਜਿਹੜੇ ਸੀ ਉਹ ਕਿਤੇ ਨਾ ਕਿਤੇ ਸ਼ੰਕਿਆਂ ਦੇ ਵਿੱਚ ਘਿਰ ਗਏ ਤੇ ਉਹਨਾਂ ਨੂੰ ਸਭ ਤੋਂ ਪਹਿਲਾਂ ਕਾਬੂ ਪਾਉਣਾ ਜ਼ਰੂਰੀ ਸੀ। ਲਗਭਗ ਕਾਬੂ ਪਾ ਲਿਆ ਗਿਆ। ਕਿਹੜੇ ਸ਼ੰਕੇ ਸੀ, ਕਿਵੇਂ ਕਾਬੂ ਪਾਇਆ ਔਰ ਕਿਵੇਂ ਮੋਰਚੇ ਦੀ ਅਗਲੀ ਅਗਵਾਈ ਹੋਏਗੀ, ਸਾਰੀ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਨਮਿਊਟ ਚੈਨਲ ਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਭਾਈ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਹਾਡੇ ਮੋਢਿਆਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਔਰ ਕਿਸੇ ਵੀ ਲੜਾਈ ਨੂੰ, ਜਿਵੇਂ ਮੈਂ ਸ਼ੁਰੂ 'ਚ ਵੀ ਜ਼ਿਕਰ ਕੀਤਾ ਕਿ ਕੁਝ ਲੋਕਾਂ ਦੇ ਮੋਢਿਆਂ ਤੇ ਜ਼ਿੰਮੇਵਾਰੀ ਹੁੰਦੀ ਹੈ ਕਿ ਆਹ ਲੜਾਈ ਵੀ ਲੜਨੀ ਹੈ, ਰਣਨੀਤੀ ਵੀ ਹੋਵੇ ਵਿੱਚ, ਉਹਦੇ ਸਿਆਸਤ ਵੀ ਹੋਵੇ ਔਰ ਜਿੱਤੀ ਵੀ ਜਾਵੇ। ਹੁਣ ਤੱਕ ਮੋਰਚੇ ਨੂੰ ਕਿਵੇਂ ਸਮਝਿਆ? ਔਰ ਦੂਜੀ ਗੱਲ, ਸਰਕਾਰ ਦੀ ਹੁਣ ਤੱਕ ਦੀ ਜਿਹੜੀ ਤੁਹਾਡੇ ਨਾਲ ਕੋਈ ਕਨਵਰਸੇਸ਼ਨ ਰਹੀ ਹੋਏਗੀ, ਨੈਗੋਸੀਏਸ਼ਨ ਰਹੀ ਹੋਏਗੀ, ਜਾਂ ਫਿਰ ਵਤੀਰਾ ਸਰਕਾਰ ਦਾ ਕਿੰਨਾ ਕੁ ਸਮਝੇ ਹੋ? ਦੇਖੋ ਜਿੱਥੋਂ ਤੱਕ ਲੜਾਈ ਲੜਨ ਦਾ ਤਰੀਕਾਕਾਰ ਹੈ ਉਹ ਇਹ ਹੈ ਕਿ ਕਿਸੇ ਨੇ ਕਿਹਾ ਹੈ ਕਿ ਅਮਨ ਜੰਗ ਦੀ ਕੁੱਖ ਚੋਂ ਉਪਜਦਾ ਹੈ, ਜਿਹਦਾ ਜ਼ੋਰ ਹੈ ਉਹਦਾ ਸਤਕਾਰ ਵੀ ਹੈ। ਸ਼ਰਤ ਸੁਲ੍ਹਾ ਦੀ ਉਦੋਂ ਕੋਈ ਮੰਨਦਾ, ਪਿੱਛੇ ਦੇਖਦਾ ਜਦੋਂ ਤਲਵਾਰ ਵੀ ਹੈ। ਠੀਕ ਹੈ। ਸੋ ਜਿਹੜੀ ਅੱਜ ਲੋਕਤੰਤਰਿਕ ਲੜਾਈ ਹੈ ਉਹਦੇ ਵਿੱਚ ਤਲਵਾਰ ਜਿਹੜੀ ਹੁੰਦੀ ਹੈ ਉਹ ਲੋਕਾਂ ਦੇ ਸਿਰਾਂ ਦੀ ਗਿਣਤੀ, ਪਬਲਿਕ ਓਪੀਨੀਅਨ, ਠੀਕ ਹੈ ਜੀ, ਔਰ ਬਾਦਲੀਲ ਤੁਸੀਂ ਕਿੰਨੇ ਮਜ਼ਬੂਤ ਆ ਉਹਦੇ ਤੇ ਨਿਰਭਰ ਕਰਦੀ ਆ, ਹੈ ਨਾ। ਇਹ ਜਿਹੜੀ ਰਣਨੀਤੀ ਹੈ ਜਾਂ ਕਹਿ ਲਓ ਵੀ ਇਹ ਜਿਹੜੀ ਲੜਾਈ ਹੈ ਇਹਦਾ ਮੁੱਢ ਜਿਹੜਾ ਹੈਗਾ ਉਹ ਪਿਛਲੇ ਲੰਬੇ ਸਮੇਂ ਤੋਂ ਸਿੱਖ ਧਰਮ ਨੂੰ ਇੱਕ ਫਿਰਕੇ ਦੇ ਤੌਰ ਦੇ ਉੱਤੇ ਨਿਸ਼ਾਨਾ ਬਣਾ ਕੇ ਬੰਨਿਆ ਗਿਆ ਸਮੇਂ ਦੀਆਂ ਹਕੂਮਤਾਂ ਵੱਲੋਂ। ਉਹਦੇ ਵਿੱਚ ਭਾਰਤ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਜਿਹੜੀਆਂ ਪੰਜਾਬ 'ਚ ਸਰਗਰਮ ਹੈ ਉਹ ਸਾਰੀਆਂ ਬਰਾਬਰ ਦੀਆਂ ਦੋਸ਼ੀ ਹੈ ਔਰ ਸਾਰੀਆਂ ਹੀ ਨੰਗੀਆਂ ਉਹਦੇ 'ਚ।
ਠੀਕ ਹੈ। ਉਹਦਾ ਪਿਛਲਾ ਜਿਹੜਾ ਕਾਰਨ ਹੈਗਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ, ਪੰਜਾਬ ਦੇ ਲੋਕਾਂ ਦੀ ਦਲੇਰੀ ਤੇ ਖੁੱਲ੍ਹਾਪਣ, ਠੀਕ ਹੈ, ਉਹਨੂੰ ਖੁੰਡਾ ਤੇ ਕਮਜ਼ੋਰ ਕਰਨਾ ਚਾਹੁੰਦੇ ਆ, ਠੀਕ ਹੈ। ਕਿਉਂਕਿ ਭਾਰਤ ਦੀ ਰਾਜਨੀਤੀ ਦਾ ਟਕਰਾਓ ਜਿਹੜਾ ਹੈਗਾ ਉਹ ਇਸ ਕਰਕੇ ਬਣਦਾ ਹੈ, ਉਹ ਲੋਟੂ ਰਾਜਨੀਤੀ ਹੈ। ਤੇ ਜਿਹੜੀ ਸਿੱਖ ਵਿਚਾਰਧਾਰਾ ਹੈ ਉਹ ਮਤਲਬ ਕਰਮ ਕਰਨ ਵਾਲੀ, ਕਿਰਤ 'ਚ ਵਿਸ਼ਵਾਸ ਰੱਖਣ ਵਾਲੀ, ਵੰਡ ਛਕਣ ਵਾਲੀ, ਠੀਕ ਹੈ, ਤੇ ਗੁਰੂ ਦੇ ਆਸ਼ੇ ਤੇ ਅੱਗੇ ਵਧਣ ਵਾਲੀ ਹੈ ਨਾ। ਤਾਂ ਇਹ ਸ਼ੁਰੂ ਤੋਂ ਹੀ ਟਕਰਾਓ ਰਿਹਾ ਹੈ ਪੰਜਾਬ ਦੀ ਧਰਤੀ ਦੇ ਉੱਤੇ। ਜਦੋਂ ਮਤਲਬ ਸੈਂਕੜੇ ਸਦੀਆਂ ਦੀ ਗੁਲਾਮੀ ਸੀ ਤਾਂ ਇੱਕ ਆਵਾਜ਼ ਜਿਹੜੀ ਹੈ ਉਹ ਇਸ ਧਰਤੀ ਤੋਂ ਉੱਠਦੀ ਹੈ, ਗੁਰੂ ਨਾਨਕ ਪਾਤਸ਼ਾਹ ਦੀ, ਹੈ ਨਾ। ਤਾਂ ਗੁਰੂ ਨਾਨਕ ਪਾਤਸ਼ਾਹ ਤੋਂ ਸ਼ੁਰੂ ਹੋ ਕੇ ਉਹ ਆਵਾਜ਼ ਜਿਹੜੀ ਹੈਗੀ ਹੈ ਉੱਠੀਆਂ ਪਹਿਲਾਂ ਵੀ 12ਵੀਂ ਸਦੀ 'ਚ ਬਾਬਾ ਫਰੀਦ ਜੀ ਨੇ ਵੀ ਚੁੱਕੀ, ਕਬੀਰ ਜੀ ਨੇ ਬਹੁਤ ਜ਼ਬਰਦਸਤ ਢੰਗ ਨਾਲ ਚੁੱਕੀ, ਹੈ ਨਾ। ਪਰੰਤੂ ਜਿਹੜੀ ਆਵਾਜ਼ ਗੁਰੂ ਨਾਨਕ ਪਾਤਸ਼ਾਹ ਚੱਕਦੇ ਹੈ ਉਹਦਾ ਅੱਗੇ ਉਹ ਸੀਕਵੈਂਸ ਬਣਾ ਦਿੰਦੇ ਆ। ਜਿਹੜੀ ਦਸਮ ਪਾਤਸ਼ਾਹ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ 'ਚ ਜਾ ਕੇ ਇੱਕ ਰਾਜ ਦਾ ਰੂਪ ਅਖਤਿਆਰ ਕਰ ਲੈਂਦੀ ਹੈ, ਖਾਲਸਾ ਰਾਜ ਦਾ, ਜਿਹੜਾ 17 ਤੋਂ 8 ਤੋਂ ਲੈ ਕੇ ਮਤਲਬ 15-16 ਤੱਕ ਪਹਿਲਾ ਖਾਲਸਾ ਰਾਜ ਸਥਾਪਿਤ ਹੁੰਦਾ ਹੈ। ਉਹਦੇ ਵਿੱਚ ਜਿਹੜੀ ਵਿਧਾ ਹੈਗੀ ਹੈ, ਜਿਹਦੇ 'ਚ ਗੁਰੂ ਸਾਹਿਬ ਮਤਲਬ ਸਿਧਾਂਤਕ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਪਾਧੀ ਦੇ ਦਿੰਦੇ ਆ ਸ਼ਬਦ ਗੁਰੂ ਨੂੰ, ਠੀਕ ਹੈ, ਕਿਉਂਕਿ ਉਹਦੇ 'ਚ ਸਾਰਾ ਗਿਆਨ, ਸਾਰਾ ਨਿਚੋੜ ਜਿਹੜਾ ਹੈਗਾ ਉਹ ਪੰਚਮ ਪਾਤਸ਼ਾਹ ਵੇਲੇ ਉਹਦੀ ਜਿਹੜੀ ਹੈਗੀ ਆ ਪੂਰੀ ਤਰ੍ਹਾਂ ਸਥਾਪਨਾ ਦਰਬਾਰ ਸਾਹਿਬ 'ਚ ਹੋ ਜਾਂਦੀ ਹੈ ਨਾ। ਉਦੋਂ ਬਾਅਦ ਫਿਰ ਗੁਰੂ ਸਾਹਿਬ ਦੀ ਦੂਰ ਦ੍ਰਿਸ਼ਟੀ ਸੀ ਕਿ ਉਹ ਕਿਸ ਤਰ੍ਹਾਂ ਲੋਕ ਰਾਜੀ ਢੰਗ ਦੇ ਨਾਲ ਪੰਜ ਪਿਆਰਿਆਂ ਨੂੰ ਚੁਣ ਕੇ, ਠੀਕ ਹੈ, ਤਾਂ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਆਉਂਦੇ ਆ ਤੇ ਉਹ ਵੀ ਪੰਜ ਪਿਆਰਿਆਂ ਦੀ ਅਗਵਾਈ ਚਾਹੁੰਦੇ ਆ। ਸੋ ਇਹ ਜਿਹੜਾ ਮੋਰਚਾ ਹੈ ਇਹ ਉਹਦਾ ਮਤਲਬ ਬਹੁਤ ਦੇਰ ਬਾਅਦ ਅਗਲਾ ਪੜਾਅ ਵੇਖਣ ਵਾਸਤੇ ਮਿਲ ਰਿਹਾ ਹੈ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਮਿਸਲਾਂ ਤੋਂ ਬਾਅਦ ਇੱਕ ਸ਼ਾਨਦਾਰ ਰਾਜ ਜਿਹੜਾ ਦੁਨੀਆ ਦੇ ਵਿੱਚ ਇੱਕ ਨੰਬਰ 1 ਰਾਜ ਤਸਲੀਮ ਕਰ ਲਿਆ ਗਿਆ ਹੈ ਨਾ। ਤਾਂ ਇਹ ਜਿਹੜਾ ਮੋਰਚਾ ਹੈਗਾ ਇਹ ਉਹਦੀਆਂ ਤੰਦਾਂ ਨੂੰ ਫੜਦਾ ਹੈ। ਇਹਦੇ 'ਚ ਕੋਈ ਵਿਅਕਤੀ ਵਿਸ਼ੇਸ਼ ਅਗਵਾਈ ਨਹੀਂ ਕਰ ਰਿਹਾ, ਹੈ ਨਾ। ਇਹਦੇ 'ਚ ਜਿਹੜੀ ਸ਼ਖਸੀਅਤ ਹੈ ਉਹ ਜਗਤਾਰ ਸਿੰਘ ਹਵਾਰਾ ਦੀ ਹੈ, ਔਰ ਜਗਤਾਰ ਸਿੰਘ ਹਵਾਰਾ ਦੀ ਸ਼ਖਸੀਅਤ ਦਾ ਉੱਭਰਨਾ ਚੱਬੇ ਦੀ ਧਰਤੀ ਤੇ ਸਰਬੱਤ ਖਾਲਸੇ ਦਾ ਇਕੱਠ ਹੈ, ਜਿਹਦੇ 'ਚ ਉਹਨੂੰ ਜਥੇਦਾਰ ਲਾਇਆ ਜਾਂਦਾ ਹੈ। ਉਹਦੇ ਜਥੇਦਾਰ ਲਾਉਣ ਤੋਂ ਬਾਅਦ ਉਹਦੀ ਜ਼ਿੰਦਗੀ ਦਾ ਹਰ ਪਹਿਲੂ ਜਿਹੜਾ ਹੈਗਾ ਉਹ ਹਰ ਸੰਜੀਦਾ ਬੰਦੇ ਜਾਂ ਹਰ ਨੌਜਵਾਨ ਦੀਆਂ ਅੱਖਾਂ ਦੇ ਸਾਹਮਣੇ ਘੁੰਮਦਾ, ਠੀਕ ਹੈ। ਫਿਰ ਉਹਦੀ ਜ਼ਿੰਦਗੀ ਨਾਲ ਜੁੜੇ ਹੋਏ ਈਵੈਂਟ ਹੈ ਜਿਹੜੇ ਉਹ ਸਾਰੇ ਦੇ ਸਾਰੇ ਈਵੈਂਟ ਸਾਹਮਣੇ ਆਉਂਦੇ ਆ, ਹੈ ਨਾ, ਔਰ ਉਹਨਾਂ ਦੇ ਉੱਤੇ ਕਥਾ ਕਹਾਣੀਆਂ ਬਣ ਜਾਂਦੀਆਂ, ਉਹਨਾਂ ਦੇ ਉੱਤੇ ਬਹੁਤ ਵੱਡਾ ਟ੍ਰੈਂਡ ਬਣ ਜਾਂਦੇ ਆ, ਹੈ ਨਾ। ਤਾਂ ਫਿਰ ਉਹਦੀ ਦੂਰਅੰਦੇਸ਼ਤਾ ਵੀ ਹੈ, ਉਹਦੇ 'ਚ ਸਹਿਜਤਾ ਵੀ ਹੈ, ਉਹਦੇ 'ਚ ਸਬਰ ਵੀ ਹੈ। ਉਹ ਵਿਵਾਦਾਂ 'ਚ ਨਹੀਂ ਘਿਰਦਾ, ਉਹ ਹਮੇਸ਼ਾ ਪੰਥ ਦੀ ਚੜ੍ਹਦੀ ਕਲਾ ਲਈ ਸੋਚਦਾ, ਹੈ ਨਾ। ਤਾਂ ਆਪਾਂ ਚਲੋ ਇੰਨੀ ਲੰਬੀ ਗੱਲ ਨਾ ਕਰੀਏ, ਕਿਉਂਕਿ ਕਈ ਵਾਰੀ ਮਤਲਬ ਫਿਰ ਉਹ ਕਹਿ ਦਿੰਦੇ ਆ ਵੀ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਉਭਾਰ ਰਹੇ ਆ, ਹੈ ਨਾ। ਤਾਂ ਮਤਲਬ ਹੁਣ ਉਹ ਜਿਨ੍ਹਾਂ ਲੋਕਾਂ ਦੇ ਢਿੱਡ ਦੁਖਦੇ ਨੇ ਇਸ ਗੱਲ ਤੋਂ, ਕਿਉਂਕਿ ਸਿੱਖ ਕੌਮ ਬੜੇ ਲੰਬੇ ਸਮੇਂ ਤੋਂ ਲੀਡਰਲੈਸ ਹੈ। ਜਿਹੜੇ ਵੀ ਲੀਡਰ ਮਿਲੇ ਉਹਨਾਂ ਨੇ ਮਤਲਬ ਇਹਦੇ ਜਜ਼ਬਾਤਾਂ ਨੂੰ ਉਭਾਰਿਆ ਜ਼ਰੂਰ, ਪਰ ਉਭਾਰਨ ਤੋਂ ਬਾਅਦ ਜਿਸ ਵੇਲੇ ਡਿਲੀਵਰ ਕਰਨ ਦਾ ਮੌਕਾ ਆਇਆ ਉਸ ਵੇਲੇ ਪਿੱਠ ਦਿਖਾਈ, ਔਰ ਉਹਨਾਂ ਲੋਕਾਂ ਨਾਲ ਜਾ ਖੜੇ ਜਿਹੜੇ ਪੰਜਾਬ ਨੂੰ ਤੇ ਪੰਜਾਬ ਦੀ ਵਿਚਾਰਧਾਰਾ ਨੂੰ ਖੁੰਡਾ ਤੇ ਕਮਜ਼ੋਰ ਕਰਨਾ ਚਾਹੁੰਦੇ ਆ, ਹੈ ਨਾ। ਤਾਂ ਇਹ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਸੂਝ-ਬੂਝ ਤਾਂ ਸੀ। ਉਹ ਕਹਿੰਦੇ ਵੀ ਸਾਰੇ ਆਗੂਆਂ ਨੂੰ ਇਕੱਠੇ ਕਰਨ ਵਾਸਤੇ ਉਹਨਾਂ ਦੇ ਕੋਲੇ ਜਾਓ, ਨਹੀਂ ਇਕੱਠੇ ਹੁੰਦੇ ਤਾਂ ਸੰਗਤ ਨੂੰ ਹਾਕ ਮਾਰ ਲਓ, ਸੰਗਤ ਇਕੱਠੀ ਹੋਊਗੀ ਤਾਂ ਆਗੂ ਮਗਰ ਮਗਰ ਭੱਜੇ ਆਉਣਗੇ। ਹੁਣ ਸਵਾਲ ਇਹ ਹੈ ਕਿ ਇਹ ਮੋਰਚੇ ਦੀ ਸ਼ੁਰੂਆਤ ਕਰਨ ਵਾਲੇ ਕੋਈ ਵੀ ਅਜਿਹਾ ਬੰਦਾ ਨਹੀਂ ਜਿਹੜਾ 100 ਬੰਦੇ ਨੂੰ ਇਕੱਠਾ ਕਰ ਸਕਦਾ ਹੋਵੇ। ਉਹਦੇ ਕੋਲੇ ਕੋਈ ਕੇਡਰ ਨਹੀਂ, ਉਹਦੇ ਕੋਲੇ ਕੋਈ ਤਜਰਬਾ ਨਹੀਂ, ਉਹਦੇ ਮਗਰ ਕੋਈ ਪੂਛ ਨਹੀਂ, ਠੀਕ ਹੈ। ਪਰ ਬਾਵਜੂਦ ਇਹਦੇ ਜਥੇਦਾਰ ਹਵਾਰਾ ਦੀ ਸੋਚ ਦੇ ਮੁਤਾਬਕ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਆਗੂ ਮੰਨ ਲਓ, ਉਹਦੀ ਅਗਵਾਈ ਦੇ ਵਿੱਚ ਜਿਹੜਾ ਹੈਗਾ ਤੁਸੀਂ ਇਹ ਲੜਾਈ ਸ਼ੁਰੂ ਕਰੋ ਤੇ ਸਮੂਹਕ ਰੂਪ ਦੇ ਵਿੱਚ ਅੱਗੇ ਵਧੋ, ਤਾਲਮੇਲ ਕਮੇਟੀ ਬਣਾ ਕੇ। ਵਿਅਕਤੀ ਵਿਸ਼ੇਸ਼ ਨੂੰ ਨਾ ਉਭਾਰੋ, ਠੀਕ ਹੈ, ਸੰਗਤ ਨੂੰ ਨਾਲ ਲੈ ਕੇ ਚੱਲੋ। ਤੁਹਾਡੀ ਸਫਲਤਾ ਜਿਹੜੀ ਹੈਗੀ ਆ ਉਹ ਹੋਏਗੀ ਔਰ ਇਹਦੇ ਚੰਗੇ ਨਤੀਜੇ ਆਉਣਗੇ। ਅਜੇ ਮੋਰਚਾ ਲੱਗੇ ਨੂੰ 25 ਦਿਨ ਹੋਏ ਆ, ਹਰ ਰੋਜ਼ ਨਵੀਂ ਪੱਤੀ ਖਿੜ ਰਹੀ ਹੈ, ਨਵਾਂ ਫੁੱਲ ਖਿੜ ਰਿਹਾ, ਔਰ ਇਹ ਰੁੱਖ ਬਣੇਗਾ। ਅਜੇ ਇਹ ਸ਼ੁਰੂਆਤ ਹੈ।
ਸੰਦੇਸ਼ ਤਾਂ ਅੰਦਰੋਂ ਆਉਂਦੇ ਨੇ, ਜਿਵੇਂ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਹੋਰਾਂ ਦੇ ਵੱਲੋਂ ਸੰਦੇਸ਼ ਅੱਜ ਵੀ ਆਇਆ, ਔਰ ਉਹਨਾਂ ਦੇ ਵੱਲੋਂ ਤਾਂ ਸਮੇਂ-ਸਮੇਂ ਤੇ ਆਉਂਦੇ ਹੀ ਰਹਿਣਗੇ, ਪਰ ਤੁਹਾਡੇ ਮੋਢਿਆਂ ਤੇ ਤਾਂ ਜ਼ਿੰਮੇਵਾਰੀ ਹਰ ਪਲ ਦੀ ਹੈ, ਹਰ ਮਿੰਟ ਦੀ, ਹਰ ਸੈਕਿੰਡ ਦੀ। ਦੇਖੋ, ਜਿਵੇਂ ਤੁਸੀਂ ਹੁਣ ਵਿਸਥਾਰ ਦੇ ਵਿੱਚ ਸਾਰੀ ਗੱਲਬਾਤ ਕੀਤੀ, ਇੱਕ ਬਹੁਤ ਵੱਡੀ ਜ਼ਿੰਮੇਵਾਰੀ ਇਸ ਹਿਸਾਬ ਦੇ ਨਾਲ, ਬਹੁਤ ਵੱਡੀ ਜ਼ਿੰਮੇਵਾਰੀ ਹੈਗੀ ਹੈ ਤੁਹਾਡੀ। ਗਲਤੀ ਦੀ ਤਾਂ ਗੁੰਜਾਇਸ਼ ਹੀ ਹੈ ਨਹੀਂ, ਤੇ ਜਿਹੜੀ ਸਟੇਟ ਜਿਹਦੇ ਨਾਲ ਲੜਾਈ ਹੈ, ਜੇ ਸਟੇਟ ਦੇ ਨਾਲ ਲੜਾਈ ਆ, ਉਹ ਬਹੁਤ ਪਾਵਰਫੁਲ ਹੈ। ਇਹ ਆਪਾਂ ਨੂੰ ਸਮਝਣੀ ਪਏਗੀ ਗੱਲ। ਪਿੱਛੇ ਕਿਸਾਨ ਮੋਰਚੇ ਦੇ ਵਿੱਚ ਬਹੁਤ ਕੁਝ ਹੋਇਆ, ਬਹੁਤ ਗਲਤੀਆਂ ਵੀ ਹੋਈਆਂ, ਬਹੁਤ ਕੁਝ ਵਾਪਰਿਆ, ਪਰ ਫਿਰ ਵੀ ਲੜਾਈ ਤਾਂ ਜਿੱਤੀ ਗਈ। ਪਰ ਇੱਥੇ ਗਲਤੀ ਦੀ ਗੁੰਜਾਇਸ਼ ਨਹੀਂ ਹੈਗੀ। ਇਸ ਗਲਤੀ ਹੋਵੇ ਨਾ, ਔਰ ਇਹਨੂੰ ਪੂਰੇ ਜ਼ੋਰ ਨਾਲ ਗੱਲ ਟੇਬਲ ਤੇ ਵੀ ਰੱਖੀ ਜਾਵੇ, ਔਰ ਉੱਥੇ ਕਾਮਯਾਬੀ ਹੋਈਏ। ਇਹਦੇ ਵਾਸਤੇ ਕੀ ਤਿਆਰੀ ਹੈ? ਦੇਖੋ, ਇਹਦੇ ਵਾਸਤੇ ਤਿਆਰੀ ਇਹ ਹੈਗੀ ਆ, ਪਹਿਲੀ ਗੱਲ ਤਾਂ ਮੈਂ ਤੁਹਾਡੇ ਜ਼ਰੀਏ ਸੰਗਤਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਗੁਰੂ ਦੀ ਕਿਰਪਾ ਦੇ ਨਾਲ ਅੱਜ ਮੋਰਚਾ ਪਿਛਲੇ 15 ਦਿਨਾਂ ਤੋਂ ਆਟੋ ਮੋਡ ਤੇ ਲੱਗ ਗਿਆ। ਠੀਕ ਹੈ, ਇਹ ਆਪਣੇ ਆਪ ਚੱਲ ਰਿਹਾ ਹੈ। ਕਹਿਣ ਦਾ ਭਾਵ ਵੀ ਬਾਰਿਸ਼ ਆਉਂਦੀ ਹੈ ਤਾਂ ਤਰਪਾਲਾਂ ਆ ਜਾਂਦੀਆਂ। ਠੀਕ ਹੈ ਜੀ, ਜੇ ਸੰਗਤ ਆਉਂਦੀ ਹੈ ਤਾਂ ਗੱਦੇ ਤੇ ਬਿਸਤਰੇ ਆ ਜਾਂਦੇ ਹੈ, ਹੈ ਨਾ। ਤਾਂ ਜੇ ਰਸਦ ਚਾਹੀਦੀ ਹੈ ਉਹਦੀ ਕਮੀ ਨਹੀਂ ਹੈ। ਜੇ ਘੋੜਿਆਂ ਨੂੰ ਛੋਲੇ ਤੇ ਦਾਲਾਂ ਤੇ ਮਤਲਬ ਤੂੜੀ ਚਾਹੀਦੀ ਹੈ, ਪੱਠੇ ਚਾਹੀਦੇ ਆ, ਉਹਦੀ ਕਮੀ ਨਹੀਂ ਹੈ, ਹੈ ਨਾ। ਇਹ ਆਟੋ ਮੋਡ ਤੇ ਲੱਗ ਗਿਆ। ਕਹਿਣ ਦਾ ਭਾਵ ਵੀ ਸੰਗਤ ਨੇ ਇਹਦਾ ਭਾਰ ਆਪਦੇ ਮੋਢਿਆਂ ਤੇ ਚੱਕ ਲਿਆ, ਹੈ ਨਾ। ਹੁਣ ਕੀ ਹੈ ਕਿ ਤੁਰੇ ਜਾਂਦੇ ਸਾਈਕਲ ਦੇ ਵਿੱਚ ਕੁਝ ਲੋਕ ਸ਼ਰਾਰਤ ਕਰਕੇ ਡੰਡਾ ਢਾਉਂਦੇ ਆ ਉਹਦੇ, ਹੈ ਨਾ, ਉਹਦੇ 'ਚ ਚੱਕਿਆਂ 'ਚ ਤਾਰਾਂ ਤੋੜਨ ਵਾਸਤੇ, ਹੈ ਨਾ। ਅਸੀਂ ਸਿਰਫ ਉਹਦੇ ਤੋਂ ਸੁਚੇਤ ਰਹਿਣਾ। ਉਹਦੇ ਲਈ ਲਗਭਗ ਜਾਣੀ 200-250 ਨੌਜਵਾਨ ਕੁਛ ਦਿਨੇ ਕੁਛ ਰਾਤ ਨੂੰ ਇੱਥੇ ਸਤਰਕ ਰਹਿੰਦਾ ਹੈ ਨਾ। ਅਸੀਂ ਵੀ ਘੁੰਮਦੇ ਫਿਰਦੇ ਵਹਿੰਦੇ ਰਹਿੰਦੇ ਆ। 13 ਕੈਮਰੇ ਲਵਾ ਲਏ ਆ। ਠੀਕ ਆ ਜੀ, ਬਾਕੀ ਪ੍ਰਬੰਧ ਪੱਕੇ ਕਰਨ ਲੱਗ ਪਏ ਆ। ਸੰਗਤ ਦਾ ਸਹਿਯੋਗ ਇੰਨਾ ਕੁ ਹੈ ਕਿ ਜਿੱਥੇ ਆਮ ਸੰਗਤ ਦੀ ਗਿਣਤੀ ਵੱਧ ਰਹੀ ਹੈ, ਉੱਥੇ ਵੱਖ-ਵੱਖ ਜਥੇਬੰਦੀਆਂ ਦੀ ਤਾਕਤ ਜਿਹੜੀ ਹੈ ਉਹ ਇਸ ਮੋਰਚੇ 'ਚ ਮਿਲ ਰਹੀ ਹੈ ਨਾ। ਗਲਤੀ ਦੀ ਗੁੰਜਾਇਸ਼ ਨਹੀਂ ਹੈ, ਕਿਉਂਕਿ ਕਿਤੇ ਵੀ ਗਲਤੀ ਕਰਾਂਗੇ ਉਹਦਾ ਨੁਕਸਾਨ ਪਏਗਾ, ਦੇਣਾ ਪਏਗਾ, ਹੈ ਨਾ। ਉਹਦੇ ਲਈ ਜਿੰਨੀ ਕੁ ਮੱਤਬੁੱਧ ਜਾਣੀ ਇੱਥੇ ਕੰਮ ਕਰਦੇ ਬੰਦਿਆਂ ਦੀ ਹੈਗੀ ਆ, ਉਹ ਪੂਰੀ ਤਰ੍ਹਾਂ ਅਪਲਾਈ ਕਰ ਰਹੇ ਆ। ਅਰਦਾਸ 'ਚ ਬਹੁਤ ਵੱਡੀ ਤਾਕਤ ਹੁੰਦੀ ਆ। ਠੀਕ ਹੈ, ਸਵੇਰੇ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਮੂਹਰੇ, ਹੈ ਨਾ। ਸ਼ਾਮ ਨੂੰ ਫੇਰ ਅਰਦਾਸ ਹੁੰਦੀ ਹੈ। ਸੋ ਗੁਰੂ ਮਹਾਰਾਜ ਕਿਰਪਾ ਕਰਨ। ਤੁਹਾਡੇ ਜ਼ਰੀਏ ਉਹੀ ਬੇਨਤੀ ਹੈ ਕਿ ਮਤਲਬ ਜਿਹੜੇ ਲੋਕ ਇਹਨੂੰ ਖਰਾਬ ਕਰਨਾ ਚਾਹੁੰਦੇ ਆ, ਹੈ ਨਾ, ਉਹ ਪੰਜਾਬ ਦੀ ਦਰਦਨਾਕ ਹਾਲਤ ਜ਼ਰੂਰ ਦੇਖਣ। ਉਹ ਇਹ ਜ਼ਰੂਰ ਦੇਖਣ ਕਿ ਅਸੀਂ ਜਿਸ ਜੰਗਲ ਨੂੰ, ਜਿਸ ਫੁਲਵਾੜੀ ਨੂੰ ਉਜਾੜਨਾ ਚਾਹੁੰਦੇ ਆ, ਇਹਦੇ ਵਿੱਚ ਉਹਨਾਂ ਦੇ ਆਪਦੇ ਵੀ ਆਸ਼ਿਆਨੇ ਹੈ ਨਾ, ਉਹਨਾਂ ਦੇ ਵੀ ਘਰ ਹੈ। ਤਾਂ ਉਹ ਹੁਣ ਸ਼ਰਮ ਕਰਨ, ਕਿਉਂਕਿ ਪੰਜਾਬ ਦਾ ਬੇਹੱਦ ਨੁਕਸਾਨ ਹੋ ਚੁੱਕਿਆ। ਸਰਕਾਰ ਜਿਹੜੀ ਹੈ ਉਹ ਵੀ ਜ਼ਿੰਮੇਵਾਰ ਹੋਵੇ। ਜਿਹੜੇ ਹਾਕਮ ਨੇ ਸੂਬੇ ਦੇ, ਹੈ ਨਾ, ਜਿਨ੍ਹਾਂ ਦੇ ਮੋਢਿਆਂ 'ਤੇ ਅਸੀਂ ਉਹਨਾਂ ਨੂੰ ਵਿਧਾਨ ਸਭਾ 'ਚ ਇਸ ਸੂਬੇ ਦੀ ਤਕਦੀਰ ਲਿਖਣ ਵਾਸਤੇ ਭੇਜਿਆ, ਹੈ ਨਾ, ਉਹ ਆਪਦੀਆਂ ਜ਼ਮੀਰਾਂ ਨੂੰ ਮਾੜਾ ਮੋਟਾ ਹਲੂਣਾ ਦੇਣ, ਕੁਛ ਥੋੜ੍ਹੀ ਬਹੁਤੀ ਸ਼ਰਮ ਮਹਿਸੂਸ ਕਰਨ। ਉਹਨਾਂ ਦੇ ਰਿਸ਼ਤੇਦਾਰਾਂ ਨੂੰ ਬੇਨਤੀ ਹੈ, ਭਾਈਆਂ ਬੰਧੂਆਂ ਨੂੰ, ਵੀ ਉਹ ਵੀ ਥੋੜ੍ਹੀ ਜਿਹੀ ਉਹਨਾਂ ਨੂੰ ਸ਼ਰਮ ਦੇਣ, ਉਹਨਾਂ ਦੀ ਚਾਪਲੂਸੀ ਬੰਦ ਕਰਨ, ਉਹਨਾਂ ਦੇ ਫਾਲੋਅਰਸ, ਅਤੇ ਉਹਨਾਂ ਨੂੰ ਇਸ ਗੱਲ ਦੇ ਲਈ ਜਿਹੜਾ ਹੈਗਾ ਵਾਜਿਦ ਹੋਣ, ਮਜਬੂਰ ਕਰਨ ਕਿ ਭਾਈ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਨਸਾਫ ਦਿਓ। ਕੋਟਕਪੂਰਾ ਬਾਈਬਲ ਗੋਲੀ ਕਾਂਡ ਦੇ ਦੋਸ਼ੀਆਂ ਨੂੰ, ਜਿਹੜੀਆਂ ਖੁਦ ਸਿੱਟਾਂ ਬਣਾਈਆਂ ਨੇ, ਜਿਹੜੇ ਖੁਦ ਕਮਿਸ਼ਨ ਬਣਾਏ ਨੇ, ਉਹਨਾਂ ਦੀਆਂ ਫਾਈਂਡਿੰਗ ਦੇ ਮੁਤਾਬਕ ਸਜ਼ਾ ਦਿਓ, ਜਿਹੜੀਆਂ ਫਾਈਂਡਿੰਗਸ ਹੈ, ਤਫਤੀਸ਼ਾਂ ਜਿਹੜੀਆਂ। ਅਤੇ ਸਭ ਤੋਂ ਵੱਡੀ ਗੱਲ, ਬੰਦੀ ਸਿੰਘ ਨੇ ਜਿਹੜੇ, ਉਹਨਾਂ ਦੀ ਜਿਹੜੀ ਰਿਹਾਈ ਹੈ, ਉਹ ਸੂਬਾ ਸਰਕਾਰ ਜਿਹੜੀ ਹੈਗੀ ਆ ਉਹ ਮਤਾ ਲੈ ਕੇ ਆਵੇ। ਜਿਨ੍ਹਾਂ ਨੂੰ ਉਹ ਛੱਡ ਸਕਦੀ ਹੈ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਇੱਕ ਦਿਨ 'ਚ ਛੱਡੇ ਜਾ ਸਕਦੇ ਹੈ। ਖੇੜਾ ਜੀ ਨੂੰ ਛੱਡਣ ਵਾਸਤੇ ਕਰਨਾਟਕ ਸਰਕਾਰ ਨਾਲ ਗੱਲ ਕਰਨੀ ਹੈ, ਉਹ ਹੈਗੀ ਇੱਥੇ ਹੀ ਹੈ। ਪਰ ਉਹਦੇ 'ਚ ਵੀ ਇੱਕ ਨੁਕਤਾ ਹੈਗਾ, ਇੱਥੋਂ ਦਾ ਜੇਲ੍ਹ ਸੁਪਰਡੈਂਟ ਇਹ ਕਹਿ ਸਕਦਾ ਕਿ ਇਹ ਬੰਦਾ ਇੰਨੇ ਸਾਲਾਂ ਤੋਂ ਜੇਲ੍ਹ 'ਚ ਹੈ ਅਤੇ ਜੇਲ੍ਹ ਮੈਨੂਅਲ ਮੁਤਾਬਕ ਇਹ ਇੰਨੇ ਸਾਲ ਨਹੀਂ ਰੱਖਿਆ ਜਾ ਸਕਦਾ। ਕਿਉਂਕਿ ਦੇਖੋ, ਸੁਪਰੀਮ ਕੋਰਟ ਨੇ ਯੂਪੀ ਦੇ ਇੱਕ ਮਾਮਲੇ ਦੇ ਵਿੱਚ ਇਹ ਕਹਿ ਹੀ ਦਿੱਤਾ ਵੀ ਜਿਹਨੂੰ 16 ਸਾਲ ਹੋ ਗਏ, ਉਹ ਅਰਜੀ ਭਾਵੇਂ ਨਹੀਂ ਵੀ ਦਿੰਦਾ, ਉਹਨੂੰ ਛੱਡ ਦਿਓ, ਹੈ ਨਾ। ਤਾਂ ਕਹਿਣ ਦਾ ਭਾਵ ਇਹ ਹੈ ਕਿ ਹੁਣ ਇਹ ਜਿਹੜੇ ਪ੍ਰਿਜ਼ਨਰ ਨੇ, ਇਹ ਮੁਰਜਮਾਨਾ ਕੈਦੀ ਨਹੀਂ ਹੈਗੇ, ਇਹ ਪੋਲੀਟੀਕਲ ਪ੍ਰਿਜ਼ਨਰ ਨੇ, ਇਹਨਾਂ ਨੂੰ ਛੱਡਣਾ ਚਾਹੀਦਾ। ਇੱਕ ਸਵਾਲ ਲੋਕਾਂ ਦੇ ਦਿਮਾਗ 'ਚ ਵੀ ਇਹ ਹੈਗਾ ਕਿ ਮੋਹਾਲੀ ਦੇ ਔਰ ਚੰਡੀਗੜ੍ਹ ਦੇ ਇਸ ਬੈਰੀਅਰ 'ਤੇ ਇਹ ਮੋਰਚਾ ਸ਼ੁਰੂ ਕਰਨ ਦਾ ਵਿਉਂਤਬੰਦੀ ਕਿਵੇਂ ਘੜੀ ਗਈ, ਔਰ ਇਹ ਪੁਆਇੰਟ ਕਿਉਂ ਚੁਣਿਆ ਗਿਆ?
ਕਿ ਇਹ ਵੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਹੋਰਾਂ ਦੇ ਵੱਲੋਂ ਹੀ ਸੁਜੈਸਟ ਕੀਤਾ ਗਿਆ ਸੀ, ਔਰ ਜੇ ਜਗ੍ਹਾ ਚੁਣੀ ਗਈ ਤਾਂ ਕਿਉਂ ਚੁਣੀ ਗਈ? ਕਿਉਂਕਿ ਇਹ ਲੜਾਈ ਕੇਂਦਰ ਸਰਕਾਰ ਦੇ ਨਾਲ ਆ, ਘੇਰਨੀ ਦਿੱਲੀ ਵੀ ਚਾਹੀਦੀ ਸੀ। ਚੰਡੀਗੜ੍ਹ ਨੂੰ ਘੇਰਨਾ, ਇਸ ਬਾਰਡਰ ਤੇ ਬੈਠਣ ਦਾ ਫੈਸਲਾ ਕਿਵੇਂ ਆਇਆ? ਦੇਖੋ, ਸਵਾਲ ਇਹ ਹੈ ਕਿ ਸਾਡੇ 'ਚ ਜਿੰਨੀ ਕੁਵਤ ਸੀ ਅਸੀਂ ਉਹਦੇ ਮੁਤਾਬਕ ਕੰਮ ਕੀਤਾ, ਜਿੱਡੀ ਚਾਦਰ ਸੀ ਉਨੇ ਪੈਰ ਪਸਾਰੇ। ਇਹ ਮੋਰਚਾ ਇੰਨੀ ਤੇਜ਼ੀ ਨਾਲ ਵਧੇਗਾ, ਜਥੇਦਾਰ ਜਗਤਾਰ ਸਿੰਘ ਹਵਾਰਾ ਤੋਂ ਬਗੈਰ ਹੋਰ ਕਿਸੇ ਨੂੰ ਵੀ ਭਰੋਸਾ ਨਹੀਂ ਸੀ। ਠੀਕ ਹੈ, ਇਸ ਮੋਰਚੇ ਦਾ ਐਲਾਨ ਕਰਨ ਵਾਸਤੇ ਹੀ 3 ਜਾਣੀ ਮੀਟਿੰਗਾਂ, 3 ਪ੍ਰੈਸ ਕਾਨਫਰੰਸਾਂ ਹੋ ਗਈਆਂ ਸੀ, ਪਰ ਇਹਦਾ ਐਲਾਨ ਨਹੀਂ ਸੀ ਹੋ ਰਿਹਾ, ਹੈ ਨਾ। ਤਾਂ ਕਹਿਣ ਦਾ ਭਾਵ ਹੌਸਲਾ ਨਹੀਂ ਸੀ ਪੈ ਰਿਹਾ, ਔਰ ਜਿਹਦੇ ਕੋਲੇ ਵੀ ਜਾਂਦੇ ਸੀ ਉਹ ਬੇਹੱਦ ਨਿਰਾਸ਼ਾਵਾਦੀ ਉੱਤਰ ਦਿੰਦਾ ਸੀ, ਹੈ ਨਾ, ਕਿਉਂਕਿ ਆਗੂਆਂ ਕੋਲ ਹੀ ਜਾਂਦੇ ਸੀ। ਤਾਂ ਇਹਦਾ ਜਿਹੜਾ ਚੁਣਾਵ ਹੈਗਾ ਉਹ ਕੁਦਰਤੀ ਕਰਾਉਂਦੀ ਹੈ, ਕਿਉਂਕਿ ਅੰਬ ਸਾਹਿਬ ਗੁਰਦੁਆਰੇ ਦੀ ਕਾਲ ਸੀ, ਉੱਥੇ ਇਕੱਠੇ ਹੋ ਕੇ ਚੰਡੀਗੜ੍ਹ ਨੂੰ ਜਾਣਾ ਸੀ। ਜਿੱਥੇ ਪੁਲਿਸ ਨੇ ਰੋਕ ਲਿਆ ਸੀ ਉੱਥੇ ਬਹਿ ਗਏ, ਔਰ ਜਿੱਥੇ ਅਸੀਂ ਬਹਿ ਗਏ ਉੱਥੇ ਸਾਨੂੰ ਸਾਰੀਆਂ ਹੀ ਸਹੂਲਤਾਂ ਮਿਲ ਗਈਆਂ। ਨੇੜੇ ਮੰਦਿਰ ਹੈ, ਇਹਦੇ ਨਾਲ ਸਦਭਾਵਨਾ ਵੱਧ ਰਹੀ ਹੈ, ਕਿਉਂਕਿ ਉਹਦੇ ਬੂਹੇ ਸਾਡੇ ਵਾਸਤੇ ਖੁੱਲ੍ਹ ਗਏ। ਨੇੜੇ ਜੰਗਲ ਹੈ, ਦੋਵੇਂ ਪਾਸੇ ਹੀ ਜੰਗਲ ਹੈ, ਉਹ ਹੁਣ ਮਤਲਬ ਜੰਗਲ ਪਾਣੀ ਵਾਸਤੇ ਵੀ ਸੌਖਾ ਹੈ। ਬਾਕੀ ਕਹਿ ਲਓ ਵੀ ਕਹਿਣ ਦਾ ਭਾਵ ਵੀ ਉਹ ਖੁੱਲ੍ਹੇ ਥਾਂ ਦਾ ਸਾਨੂੰ ਫਾਇਦਾ ਹੈਗਾ, ਹੈ ਨਾ। ਤੀਜੀ ਗੱਲ ਜਿਹੜੀ ਹੈਗੀ ਆ ਉਹ ਇਹ ਆ ਵੀ ਅਸੀਂ ਬਹਿ ਚੰਡੀਗੜ੍ਹ 'ਚ ਗਏ, ਹੈ ਨਾ, ਅਤੇ ਮੋਹਾਲੀ ਦੀ ਪੁਲਿਸ ਨੇ ਕਿਹਾ ਵੀ ਇਹ ਕਿਤੇ ਕਿੰਨੇ ਕੁ ਹੋਣੇ ਆ, 500-400 ਹੋਇਆ ਕਰਨਗੇ, ਅਤੇ ਚੰਡੀਗੜ੍ਹ 'ਚ ਆਪਾਂ ਬਹਾਤੇ ਆ, ਆਪਾਂ ਵਿਹਲੇ ਆ, ਹੈ ਨਾ। ਅਤੇ ਅੱਜ ਮੋਰਚਾ ਮੋਹਾਲੀ ਦੀਆਂ 2 ਚੌਂਕ ਟੱਪ ਚੱਲਿਆ, ਹੈ ਨਾ। ਤਾਂ ਹੁਣ ਜਾਣੀ ਉਹਨਾਂ ਨੂੰ ਵੀ ਫਿਕਰ ਓਨਾ ਹੀ ਹੈ। ਕਹਿਣ ਦਾ ਭਾਵ ਇਹ ਹੈ ਵੀ ਹੁਣ ਅਗਲੇ ਪਾਸਿਓਂ ਅਸੀਂ ਜਾਣੀ ਸਿੰਘਾਂ ਨੂੰ ਵੀ ਹੱਥ ਪਾ ਲਿਆ, ਤਾਂ ਪਿਛਲੇ ਪਾਸੇ ਦਲੱਤੇ ਵੀ ਮਾਰ ਰਹੇ ਆ। ਦੋਹਾਂ ਨੂੰ ਹੌਲੀ ਹੌਲੀ ਸੇਕ ਲੱਗਣਾ ਹੈਗਾ, ਹੈ ਨਾ। ਇੱਥੇ ਸੰਗਤਾਂ ਦੀ ਗਿਣਤੀ ਵੱਧ ਰਹੀ ਆ, ਅਤੇ ਜਿਵੇਂ ਜਿਵੇਂ ਸੰਗਤਾਂ ਦੀ ਗਿਣਤੀ ਵਧੂਗੀ, ਸੰਗਤਾਂ ਦਾ ਪਿਆਰ ਵਧੂਗਾ, ਸੰਗਤਾਂ ਦੀ ਸਮਝ ਵਧੂਗੀ, ਉਵੇਂ ਉਵੇਂ ਮਤਲਬ ਜਿਹੜਾ ਸਰਕਾਰ ਦਾ ਘੇਰਾ ਤੰਗ ਹੁੰਦਾ ਜਾਊਗਾ। ਕਿਉਂਕਿ ਚੱਲਣਾ ਤਾਂ ਕਾਨੂੰਨ ਮੁਤਾਬਕ ਹੀ ਪੈਣਾ ਹੈ, 2 ਕਾਨੂੰਨ ਤਾਂ ਚੱਲਣੇ ਨਹੀਂ, ਹੈ ਨਾ। ਅਤੇ ਸੰਵਿਧਾਨ ਮੁਤਾਬਕ ਅਸੀਂ ਬਹੁਤ ਮਜ਼ਬੂਤ ਹੈਗੇ ਆ ਅਤੇ ਸਰਕਾਰ ਬਹੁਤ ਕਮਜ਼ੋਰ ਹੈ। ਹਾਂ, ਠੀਕ ਹੈ। ਕਮੇਟੀ ਬਣੀ ਕੋਈ ਹੁਣ ਤੱਕ, ਜਿਹੜੀ ਕਮੇਟੀ ਕਨਵਰਸੇਸ਼ਨ ਕਰੇਗੀ, ਨੈਗੋਸੀਏਸ਼ਨ ਕਰੇਗੀ, ਸਰਕਾਰ ਨਾਲ ਟੇਬਲ ਟਾਕ ਕਰੇਗੀ? ਕੋਈ ਕਿੰਨੇ ਮੈਂਬਰੀ ਕਮੇਟੀ ਦਾ ਗਠਨ ਹੁਣ ਤੱਕ ਹੋਇਆ ਜਾਂ ਹੋਣਾ? ਦੇਖੋ, ਜਿਹੜੀ ਪ੍ਰਸ਼ਾਸਨ ਨਾਲ ਗੱਲਬਾਤ ਹੋ ਰਹੀ ਹੈ ਉਹ ਬਾਪੂ ਗੁਰਚਰਨ ਸਿੰਘ, ਸਦਾਪਾਲ ਸਿੰਘ ਫਰਾਂਸ, ਐਡਵੋਕੇਟ ਦਲਸ਼ੇਰ ਸਿੰਘ, ਐਡਵੋਕੇਟ ਅਮਰ ਸਿੰਘ ਚਾਹਲ ਅਤੇ ਦਾਸ, ਅਸੀਂ ਜਾ ਰਹੇ ਹਾਂ, ਹੈ ਨਾ। ਅਤੇ ਬਾਕੀ ਦੀ ਜਿਹੜੀ ਇੱਥੇ ਸਲਾਹ ਕਰਦੇ ਆ ਸਾਰਿਆਂ ਦੇ ਨਾਲ ਵੀ ਆਹ ਗੱਲ ਹੋਈ ਆ, ਉਹ ਹੋਈ ਆ, ਹੈ ਨਾ, ਉਹ ਤਕਰੀਬਨ 23 ਕੁ ਮੈਂਬਰ ਜਿਹੜੇ ਹੈਗੇ ਆ ਉਹ ਲਏ ਗਏ ਆ, ਹੈ ਨਾ। ਅਤੇ ਅਜੇ ਅਨਾਊਂਸਮੈਂਟ ਪ੍ਰੋਪਰ ਨਹੀਂ ਹੋਈ। ਉਹ ਪ੍ਰੋਪਰ ਅਨਾਊਂਸਮੈਂਟ ਲਈ 2-4 ਦਿਨ ਦੇ ਵਿੱਚ ਸਾਰਿਆਂ ਨੂੰ ਪੁੱਛ ਕੇ, ਜਿਵੇਂ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆਈ ਹੈ, ਕਿਉਂਕਿ ਦੇਖੋ ਕਈ ਜਥੇਬੰਦੀਆਂ ਇਸ ਤਰ੍ਹਾਂ ਆਉਂਦੀਆਂ ਵੀ ਅਸੀਂ ਤੁਹਾਡੀ ਮਦਦ ਤਾਂ ਕਰਾਂਗੇ ਪਰ ਤੁਹਾਡੇ ਫੈਸਲੇ ਦਾ ਹਿੱਸਾ ਨਹੀਂ ਬਣਨਾ, ਹੈ ਨਾ। ਤਾਂ ਕਈ ਜਿਹੜੇ ਹੈਗੇ ਆ ਉਹ ਇਸ ਤਰ੍ਹਾਂ ਆਉਂਦੇ ਆ, ਔਰ ਕਈ ਕਹਿੰਦੇ ਆ ਵੀ ਸਾਨੂੰ ਮੈਂਬਰ ਵੀ ਬਣਾਓ, ਹੈ ਨਾ। ਤਾਂ ਸਾਡਾ ਯਤਨ ਇਹ ਹੈ ਕਿ ਵੱਧ ਤੋਂ ਵੱਧ ਇਹਦੇ ਮੈਂਬਰ ਬਣਨ, ਅਤੇ ਜੋ ਵੀ ਫੈਸਲਾ ਹੋਏਗਾ ਉਹ ਸਾਰਿਆਂ ਤੋਂ ਪੁੱਛ ਕੇ ਕੀਤਾ ਜਾਏਗਾ। ਇੱਕ ਪ੍ਰੋਗਰਾਮ ਚਰਚਾ ਚੱਲ ਰਹੀ ਸੀ ਕਿ 5 ਤਰੀਕ ਦਾ ਪ੍ਰੋਗਰਾਮ ਦੇਣ ਦੀ ਪਲੈਨਿੰਗ ਹੋ ਸਕਦੀ ਹੈ, ਕੋਈ ਵੱਡਾ ਐਕਸ਼ਨ ਪਲਾਨ ਹੋ ਸਕਦਾ, ਔਰ ਬਾਈਬਲ ਕਲਾਂ ਬ੍ਰਿਗੇਡ ਜਿਹੜਾ ਮੋਰਚਾ ਚੱਲ ਰਿਹਾ ਉਹਨਾਂ ਵੱਲੋਂ ਵੀ 5 ਤਰੀਕ ਦਾ ਪ੍ਰੋਗਰਾਮ ਦਿੱਤਾ ਗਿਆ ਆਲਰੇਡੀ ਕਿ ਅਸੀਂ ਹਾਈਵੇ ਬੰਦ ਕਰ ਦੇਣਾ। ਕਿਤੇ ਪ੍ਰੋਗਰਾਮਾਂ ਦਾ ਆਪਸ ਦੇ ਵਿੱਚ ਟਕਰਾਅ ਤਾਂ ਨਹੀਂ ਹੋਊਗਾ? ਕਿਉਂਕਿ ਮੰਗਾਂ ਤਾਂ ਉਹੀ ਨੇ, ਬੇਅਦਬੀ ਮਾਮਲੇ ਦੀ ਮੰਗ ਇੱਧਰ ਵੀ ਹੈਗੀ ਆ, ਗੋਲੀकांड ਦੀ ਮੰਗ ਇੱਧਰ ਵੀ ਹੈਗੀ ਆ, ਉੱਧਰ ਵੀ ਉਹੀ ਮੰਗਾਂ ਨੇ, ਔਰ ਇੱਕੋ ਦਿਨ ਜਦੋਂ ਪ੍ਰੋਗਰਾਮ ਦਿੱਤਾ ਜਾਏਗਾ ਮਤਲਬ ਆਪਸ ਦੇ ਵਿੱਚ ਕੋਈ ਕਲੈਸ਼ ਤਾਂ ਨਹੀਂ ਹੋਊਗਾ? ਦੇਖੋ, ਇਹਦੇ 'ਚ ਮੈਂ ਬਿਲਕੁਲ ਸਾਫ਼ ਕਰ ਦਿਆਂ ਕਿ ਅਸੀਂ ਜਿਹੜਾ ਇਹ ਪ੍ਰੋਗਰਾਮ ਦੇ ਰਹੇ ਹਾਂ, ਇਹ ਪ੍ਰੋਗਰਾਮ ਨਹੀਂ ਦਿੱਤਾ ਜਾਊਗਾ ਜੇ ਸਰਕਾਰ 3 ਤਰੀਕ ਨੂੰ ਜਾਣੀ ਉਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਦੀ ਜੇਲ੍ਹ 'ਚ ਲੈ ਆਉਂਦੀ ਹੈ, ਤਾਂ ਹੈ ਨਾ। ਸਾਡਾ ਜਿਹੜਾ ਐਕਸ਼ਨ ਹੈ ਉਹ ਤਾਂ ਤੁਰੰਤ ਉਸ ਚੀਜ਼ ਦੇ ਨਾਲ ਜੁੜਿਆ ਹੋਇਆ, ਉਹ ਤਾਂ ਇੱਕ ਚੇਤਾਵਨੀ ਹੈ, ਠੀਕ ਹੈ। ਬਾਕੀ ਬਾਈਬਲ ਦੇ ਵਿੱਚ ਅਤੇ ਚੰਡੀਗੜ੍ਹ ਦੇ ਵਿੱਚ ਕਹਿ ਲਓ ਵੀ 250 ਕਿਲੋਮੀਟਰ ਦਾ ਵਕਫਾ ਹੈਗਾ। ਇਹਦਾ ਕਾਹਦਾ ਅਸਰ ਹੈ ਜੀ? ਉੱਥੇ ਉਹਨਾਂ ਨੇ ਪਹਿਲਾਂ ਵੀ ਬੰਦ ਕੀਤਾ ਸੀਗਾ, ਹੈ ਨਾ। ਤਾਂ ਸ਼ਾਮੀ ਕੀਤਾ ਸੀਗਾ, ਰਾਤ ਨੂੰ 9 ਵਜੇ ਉਹਨਾਂ ਨੇ ਚੱਕ ਲਿਆ ਸੀ, ਹੈ ਨਾ। ਅਤੇ ਕਹਿਣ ਦਾ ਭਾਵ ਉਹਦੇ ਨਾਲ ਕੋਈ ਟਕਰਾਓ ਨਹੀਂ ਹੈ। ਅਸੀਂ ਵੈਸੇ ਉਹਨਾਂ ਨੂੰ ਬਾਰ-ਬਾਰ 7 ਵਾਰ ਬੇਨਤੀ ਕਰ ਚੁੱਕੇ ਹਾਂ ਵੀ ਤੁਸੀਂ ਇੱਥੇ ਆ ਜਾਓ, ਅਤੇ ਸਮਝ ਤੋਂ ਜਾਣੀ ਪਰੇ ਜੇ ਹੋਈ ਪਈ ਆ ਗੱਲ ਵੀ ਉਹ ਕਿਉਂ ਨਹੀਂ ਆਉਂਦੇ। ਕਿਉਂਕਿ ਉਹ ਪੱਕਾ ਮੋਰਚਾ ਚੱਲ ਰਿਹਾ ਨਾ, ਉਹ ਤਾਂ ਪਹਿਲਾਂ ਤੋਂ ਹੀ ਚੱਲ ਰਿਹਾ ਮੋਰਚਾ, ਇਸ ਕਰਕੇ ਮੋਰਚਾ ਕੱਚਾ ਤੇ ਪੱਕਾ ਨਹੀਂ ਹੁੰਦਾ।
ਮੋਰਚੇ ਦੀ ਮਤਲਬ ਗੰਭੀਰਤਾ ਹੁੰਦੀ ਹੈ ਵੀ ਕਿੱਥੇ ਮੋਰਚੇ ਦੀ ਪਕੜ ਬਣ ਰਹੀ ਹੈ, ਠੀਕ ਹੈ ਨਾ। ਹੁਣ ਪੱਕਾ ਮੋਰਚਾ ਤਾਂ ਸੁਧਾਰ ਵੀ ਲੱਗਿਆ ਹੋਇਆ ਸੀਗਾ, ਸਰਾਬੇ ਵੀ ਲੱਗਿਆ ਹੋਇਆ ਸੀ, ਉਹਨਾਂ ਨੇ ਮੋਰਚਾ ਖਤਮ ਕਰਤਾ। ਪੱਕਾ ਮੋਰਚਾ ਤਾਂ ਬਾਪੂ ਨੇ ਵੀ ਲਾਇਆ ਹੋਇਆ ਸੀਗਾ, ਉਹ ਨੱਕ ਰਾਹੀਂ ਫੀਡ ਰਹਿੰਦਾ ਸੀ 8 ਸਾਲਾਂ 'ਚੋਂ, ਕੱਚਾ ਮੋਰਚਾ ਥੋੜੀ ਸੀ। ਬਾਪੂ ਨੇ ਵੀ ਜਥੇਦਾਰ ਜੀ ਨੂੰ ਗੱਲ ਮਤਲਬ ਮੰਨ ਲਈ। ਕਹਿਣ ਦਾ ਭਾਵ ਵੀ ਚੜ੍ਹਦੀ ਕਲਾ ਕਿਵੇਂ ਹੁੰਦੀ ਹੈ ਵੀ ਚਾਰੇ ਮੁੱਦੇ ਇਕੱਠੇ ਹੋਣ ਤੇ ਚਾਰੇ ਥਾਵਾਂ ਤੇ ਲੱਗੇ ਹੋਏ ਮੋਰਚੇ ਇਕੱਠੇ ਹੋ ਜਾਣ। ਚੜ੍ਹਦੀ ਕਲਾ ਐ ਹੋਊਗੀ ਕਿ ਚੜ੍ਹਦੀ ਕਲਾ ਐ ਹੋਊਗੀ ਵੀ 4 ਥਾਵਾਂ ਤੇ ਹੋਣ ਤੇ 4 ਥਾਵਾਂ ਤੇ 10-10 ਬੰਦੇ ਬੈਠੇ ਹੋਣ, ਉਵੇਂ ਹੋਊਗੀ, ਹੈ ਨਾ। ਅਨਪੜ੍ਹ ਨੂੰ ਵੀ ਸਮਝ ਆਉਂਦਾ ਹੈ। ਇਹ ਜਥੇਦਾਰ ਜੀ ਦੀ ਇੱਕ ਸੋਚ ਸੀ ਵੀ ਜਦੋਂ ਸਿੱਖ ਪੰਥ ਦੇ ਮੁੱਦੇ ਆ ਉਹਨਾਂ ਨੂੰ ਇਕੱਠੇ ਕਰੋ ਤੇ ਕੌਮ ਨੂੰ ਇਕੱਠੇ ਕਰੋ, ਫਿਰ ਉਹਦਾ ਨਤੀਜਾ ਵੇਖੋ, ਹੈ ਨਾ। ਤਾਂ ਉਹਨਾਂ ਦੀ ਉਮਦਾ ਸੋਚ ਦੇ ਉੱਤੇ ਲੋਕਾਂ ਨੇ ਜਿਹੜਾ ਹੈਗਾ ਉਹ ਪਹਿਰਾ ਦਿੱਤਾ। ਆਖਰੀ ਸਵਾਲ ਹੈ ਕਿ ਬਹੁਤ ਸਾਰੇ ਸਾਡੇ ਸਿੱਖ ਪ੍ਰਚਾਰਕ ਨੇ, ਬਹੁਤ ਵੱਡੇ ਵੱਡੇ ਸਿੱਖ ਪ੍ਰਚਾਰਕ ਨੇ, ਔਰ ਹੋਰ ਬਹੁਤ ਸਾਰੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਹੈਗੀਆਂ, ਸਾਰਿਆਂ ਨਾਲ ਚਰਚਾ ਹੋ ਚੁੱਕੀ ਹੈ ਇਸ ਮਾਮਲੇ ਦੇ ਅੰਦਰ। ਕਿਹਦਾ ਕੀ ਮਤਲਬ ਇਹਦੇ ਤੇ ਰਿਸਪੌਂਸ ਮਿਲਿਆ? ਕੋਈ ਕਿਸੇ ਨਾਲ ਖਾਸ ਸ਼ਖਸੀਅਤ ਨਾਲ ਕਿਸੇ ਨਾਲ ਗੱਲ ਹੋਈ ਜਾਂ ਇੱਥੇ ਆਉਣ ਦੀ, ਜਾਂ ਮਤਲਬ ਇਸ ਮੋਰਚੇ ਨੂੰ ਅੱਗੇ ਵਧਾਉਣ ਬਾਰੇ? ਦੇਖੋ, ਹਰ ਰੋਜ਼ ਹੀ ਗੱਲਾਂ ਹੁੰਦੀਆਂ। ਭਾਈ ਪਿੰਦਰਪਾਲ ਸਿੰਘ ਜੀ ਹੋਰਾਂ ਨਾਲ ਗੱਲ ਹੋਈ ਹੈ ਨਾ ਵੀ ਤੁਸੀਂ ਮੋਰਚੇ 'ਚ ਆਉਣਾ ਸ਼ੁਰੂ ਕਰੋ। ਆਪਾਂ ਸ਼ਨੀ ਐਤਵਾਰ ਜਿਹੜਾ ਹੈਗਾ, ਉਹਨਾਂ ਦੇ ਪਿਤਾ ਜੀ ਥੋੜ੍ਹੇ ਜਿਹੇ ਢਿੱਲੇ ਹੋ ਗਏ ਸੀਗੇ, ਉਹਨਾਂ ਨੇ ਆਪਦੇ ਕੁਝ ਪ੍ਰੋਗਰਾਮ ਕੈਂਸਲ ਵੀ ਕੀਤੇ ਹੈ। ਭਾਈ ਰਵਿੰਦਰ ਸਿੰਘ ਹਜੂਰੀ ਰਾਗੀ ਦਰਬਾਰ ਸਾਹਿਬ ਵਾਲਿਆਂ ਨਾਲ ਗੱਲ ਹੋਈ ਹੈ। ਹੋਰ ਬਹੁਤ ਸਾਰੀਆਂ ਚੜ੍ਹਦੀ ਕਲਾ ਵਾਲੇ ਸਿੱਖਾਂ ਨਾਲ ਗੱਲ ਹੋਈ ਹੈ। ਤੇ ਬਾਕੀ ਦੂਸਰੇ ਤਾਂ ਆ ਹੀ ਰਹੇ ਆ, ਸਿਮਰਨਜੀਤ ਸਿੰਘ ਮਾਨ ਇੱਥੇ ਆਉਂਦੇ ਆ ਤੇ ਹੋਰ ਵੱਡੀਆਂ ਵੱਡੀਆਂ ਸ਼ਖਸੀਅਤਾਂ। ਅੱਜ ਮਤਲਬ 50 ਤੋਂ ਵੱਧ ਸੰਤ ਮਹਾਂਪੁਰਸ਼ ਆਏ ਹੈ, 4 SGPC ਮੈਂਬਰ ਆਏ ਹੋਏ ਆ, ਹੈ ਨਾ। ਇਸੇ ਤਰ੍ਹਾਂ ਹਰਿਆਣੇ ਤੋਂ ਜਾਟ ਭਰਾ ਆ ਰਹੇ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਅੱਜ ਵੱਡਾ ਕਾਫਲਾ ਆਇਆ ਹੈ। ਡਾਕਟਰ ਦਰਸ਼ਨਪਾਲ ਜੀ 4 ਤਰੀਕ ਨੂੰ ਆ ਰਹੇ ਆ। ਤਾਂ ਇਹ ਸਾਰੀਆਂ ਸ਼ਖਸੀਅਤਾਂ ਜਿਹੜੀਆਂ ਹੈਗੀਆਂ ਲਗਾਤਾਰ ਆ ਰਹੀਆਂ। ਜਿਹੜੇ ਨਹੀਂ ਵੀ ਆ ਰਹੇ ਅਸੀਂ ਉਹਨਾਂ ਨੂੰ ਬੇਨਤੀ ਕਰ ਰਹੇ ਹਾਂ ਵੀ ਤੁਸੀਂ ਆਓ, ਹੈ ਨਾ। ਹਾਂਜੀ, ਬਹੁਤ ਧੰਨਵਾਦ ਜੀ। ਤਾਂ ਇਹ ਸਨ ਭਾਈ ਬਲਵਿੰਦਰ ਸਿੰਘ। ਤਾਂ ਇਸ ਮੋਰਚੇ ਦੀ ਗੰਭੀਰਤਾ ਨੂੰ ਸਮਝਣ ਦੀ ਲੋੜ ਹੈ ਕਿ ਇਹ ਮੋਰਚਾ ਦੇ ਜਾਣੀ ਇਹ ਕਹਿ ਲਓ ਕਿ ਜਿਵੇਂ ਕਹਿੰਦੇ ਹੁੰਦੇ ਆ ਕਿ 2 ਕਦਮ ਅੱਗੇ ਪੱਟਣੇ ਆ ਤਾਂ ਕਈ ਵਾਰੀ 1 ਕਦਮ ਪਿੱਛੇ ਵੀ ਆਉਣਾ ਪੈਂਦਾ। ਇਹਦੇ ਵਿੱਚ ਕੋਈ ਗੁੰਜਾਇਸ਼ ਨਹੀਂ ਕਿ ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣੀ ਆ ਤਾਂ ਫਿਰ ਕਰਵਾਉਣੀ ਆ। ਇਹਦੇ ਲੀਗਲ ਪੁਆਇੰਟਸ ਤੋਂ ਵੀ ਜਿਹੜਾ ਹੈ ਉਹ ਐਡਵੋਕੇਟ ਸਾਹਿਬ ਦੇਖ ਰਹੇ ਨੇ, ਪਰ ਉਹ ਨਾਲ ਦੀ ਨਾਲ ਜਿਹੜੇ ਪ੍ਰਬੰਧਕ ਉਹ ਕਹਿ ਰਹੇ ਨੇ ਕਿ ਸਾਡੀ ਇਹ ਵਿਉਂਤਬੰਦੀ ਹੈ ਕਿ ਇਸ ਮੋਰਚੇ ਨੂੰ ਹੋਰ ਵੱਡਿਆਂ ਕਰਨ ਦੇ ਲਈ ਮੈਂਬਰਾਂ ਦੀ ਗਿਣਤੀ ਵੱਡੀ ਕੀਤੀ ਜਾਵੇ, ਜਾਣੀ ਵੱਖ-ਵੱਖ ਜਥੇਬੰਦੀਆਂ ਨੂੰ ਇਹਦੇ ਵਿੱਚ ਸ਼ਮੂਲੀਅਤ ਕਰਵਾਈ ਜਾਵੇ। ਫਿਲਹਾਲ ਮੋਰਚਾ ਜਿਹੜਾ ਚੜ੍ਹਦੀ ਕਲਾ ਦੇ ਵਿੱਚ ਆ, ਬਹੁਤ ਸਾਰੀਆਂ ਜਥੇਬੰਦੀਆਂ ਇਸ ਦਾ ਹਿੱਸਾ ਵੀ ਬਣ ਰਹੀਆਂ ਔਰ ਵੱਡੀ ਗਿਣਤੀ ਦੇ ਵਿੱਚ ਸੰਗਤ ਇਸ ਮੋਰਚੇ ਦੇ ਵਿੱਚ ਪਹੁੰਚ ਰਹੀ ਹੈ। ਸਭ ਤੋਂ ਵੱਡੀ ਗੱਲ ਕਿ 3 ਤਰੀਕ ਨੂੰ ਜਿਹੜੀ 3 ਫਰਵਰੀ ਨੂੰ ਸੁਣਵਾਈ ਹੈ, ਉਸ ਦੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਜਾਂਦਾ ਜਾਂ ਨਹੀਂ ਲਿਆਂਦਾ ਜਾਂਦਾ, ਇਹ 5 ਵਾਲੇ ਪ੍ਰੋਗਰਾਮ ਤੇ ਨਿਰਭਰ ਕਰੇਗਾ ਕਿ 5 ਵਾਲਾ ਪ੍ਰੋਗਰਾਮ ਦੇਣਾ ਜਾਂ ਨਹੀਂ ਦੇਣਾ। ਫਿਲਹਾਲ ਪ੍ਰਸ਼ਾਸਨ ਇਸ ਤੇ ਕੀ ਕਰਦਾ ਇਹ ਦੇਖਣਾ ਲਾਜ਼ਮੀ ਰਹੇਗਾ। ਆਪਣੇ ਸਹਿਯੋਗੀ ਗੁਰਦੇਵ ਸਿੰਘ ਨਾਲ ਮੈਂ ਰਵੀ ਸੰਗਰਾਹੁਰ ਦਾ ਅਨਮਿਊਟ, ਚੰਡੀਗੜ੍ਹ।